ਸੋ ਭਲਿਓ, ਮੇਰੀ ਤਰਫੋਂ, ਮੇਰੀ ਫੈਮਿਲੀ ਦੀ ਤਰਫੋਂ ਤੇ ਨੀਦਰਲੈਂਡ ਦੀ ਕਲੀਸਿਆ ਦੀ ਤਰਫੋਂ ਸਾਰੇ ਫੇਸਬੁੱਕ ਤੇ YouTube ਤੇ ਕਲਾਮ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। YouTube ਤੇ ਮੇਰੇ ਚੈਨਲ ਦਾ ਨਾਂ ਹੈ ਰੱਬ ਦੀਆਂ ਗੱਲਾਂ। ਰੱਬ ਦੀਆਂ ਗੱਲਾਂ ਬਹੁਤ ਚੰਗੀਆਂ ਨੇ, ਇਨਸਾਨਾਂ ਨੂੰ ਬੇਦਾਰ ਕਰਦੀਆਂ ਨੇ। ਇਸ਼ਤਿਸ਼ਨਾ 32 ਬਾਬ 29 ਐਤ ਦੇ ਵਿੱਚ ਖੁਦਾ ਨੇ ਆਪਣੇ ਬੰਦਾ ਮੁਕੱਦਸ ਮੂਸਾ ਦੀ ਮਾਰਫਤ ਸਾਡੇ ਨਾਲ ਗੱਲ ਕੀਤੀ। ਕੌਮ ਬਣੀ ਇਸਰਾਈਲ ਨਾਲ ਵੀ ਸੀ ਤੇ ਸਾਡੇ ਨਾਲ ਵੀ ਇਹੋ ਗੱਲ ਹੈ। ਤੇ ਉਸ ਗੱਲ ਦੇ ਵਿੱਚ ਕਿਹਾ ਗਿਆ, ਕਾਸ਼ ਬੜੇ ਗਿਲੇ ਦੇ ਲਫ਼ਜ਼ ਏ ਖੁਦਾ ਦੇ, ਕਾਸ਼ ਇਹ ਅਕਲਮੰਦ ਹੁੰਦੇ ਤੇ ਫਿਰ ਸਮਝ ਜਾਂਦੇ, ਆਪਣੀ ਆਕਬਤ ਆਖਰਤ ਉੱਤੇ ਫਿਰ ਗੌਰ ਕਰ ਜਾਂਦੇ ਕਿ ਆਖਰਤ ਨੂੰ ਸਾਡਾ ਕੀ ਬਣੇਗਾ। ਕਿਉਂਕਿ ਪੌਲੁਸ ਰਸੂਲ ਜਿਸ ਵੇਲੇ ਤਿਮੋਥੀਉਸ ਨੂੰ ਦੂਸਰਾ ਖਤ ਲਿਖਦਾ ਹੈ ਤੇ 4 ਬਾਬ ਉਸਦੀ ਪਹਿਲੀ ਐਤ ਤੋਂ ਪੜ੍ਹੀਏ ਤੇ ਦੱਸਦਾ ਹੈ ਕਿ ਖੁਦਾਵੰਦ ਯਿਸੂ ਮਸੀਹ ਉਸਦੀ ਆਮਦ ਹੋਣ ਵਾਲੀ ਹੈ ਦੁਬਾਰਾ ਅਦਾਲਤ ਵਾਲੀ। ਹੁਣ ਬੱਚਾ ਬਣ ਕੇ ਨਹੀਂ, ਉਹ ਆਦਲ ਮੁਨਸਫ ਬਾਦਸ਼ਾਹ ਬਣ ਕੇ ਆਉਂਦੇ ਆਏ। ਉਹਦੇ ਸਾਹਮਣੇ ਮਰੇ ਵੀ ਖੜੇ ਹੋਣੇ ਨੇ, ਹੁਣ ਆਪਣਾ ਹਿਸਾਬ ਦੇਣਾ ਤੇ ਜੀਂਦੇ ਵੀ। ਉਹਨੇ ਮਰਿਆਂ ਤੇ ਜੀਂਦਿਆਂ ਦਾ ਦੋਨਾਂ ਦਾ ਲੇਖਾ ਕਰਨਾ ਹੈ ਤੇ ਦੋਨਾਂ ਕੋਲ ਹੀ ਰੂਹਾਂ ਦਾ ਹਿਸਾਬ ਪੁੱਛਣਾ ਹੈ। ਕਿਉਂਕਿ ਮੁਕੱਦਸ ਪਤਰਸ ਜਿਸ ਵੇਲੇ ਪਹਿਲਾ ਖਤ ਲਿਖਦਾ ਪਹਿਲਾ ਪਤਰਸ ਪਹਿਲਾ ਬਾਬ ਤੇ 9 ਵਿੱਚ ਕਹਿੰਦਾ, ਸਾਡੇ ਇਮਾਨ ਦਾ ਮਕਸਦ ਰੂਹਾਂ ਦੀ ਨਿਜਾਤ ਹੈ। ਆਪਣੀ ਰੂਹ ਬਚਾਉਣੀ ਤੇ ਦੂਸਰਿਆਂ ਦੀਆਂ ਰੂਹਾਂ ਬਚਾਉਣੀਆਂ। ਤੇ ਅਮਸਾਲ 19 ਬਾਬ 2 ਵਿੱਚ ਲਿਖਿਆ, ਅੱਛਾ ਨਹੀਂ ਕਿ ਰੂਹ ਇਲਮ ਤੋਂ ਖਾਲੀ ਹੋਵੇ। ਕਲਾਮ ਦੀ ਐਵੇਂ ਤੇ ਨਹੀਂ ਕਿਹਾ ਗਿਆ ਕਿ ਪਾਣੀ ਦੇ ਸੋਤਿਆਂ ਦੀ ਹਰਨੀ ਜਿਵੇਂ ਦਰਿਆਈ ਤੇ ਰੂਹ ਮੇਰੀ, ਇੰਜੇ ਜਿਵੇਂ ਰੱਬਾ ਤੇਰੀ ਤਹਾਈ ਕੋਈ ਤਹਾ ਨਿਕਲ ਜਾਂਦੀ ਹੈ ਕਿ ਮੇਰੀ ਰੂਹ ਕਲਾਮ ਦੀ ਤਰਹਾਈ ਹੈ। ਕਿਉਂਕਿ ਕਲਾਮ ਦੇ ਨਾਲ ਜ਼ਬੂਰ 119 ਦੀ 28 ਐਤ ਨੂੰ ਪੜ੍ਹੋ ਤੇ ਕਹਿੰਦਾ ਹੈ, ਗਮ ਦੇ ਮਾਰੇ ਮੇਰੀ ਜਾਨ ਘੁਲੀ ਜਾਂਦੀ ਹੈ, ਆਪਣੇ ਕਲਾਮ ਦੇ ਮੁਤਾਬਕ ਮੈਨੂੰ ਤਕਵੀਅਤ ਹੈ। ਕਲਾਮ ਉਸ ਦੀ ਰੂਹ ਨੂੰ ਤਕਵੀਅਤ ਦਿੰਦਾ ਹੈ, ਜ਼ੋਰ ਦਿੰਦਾ ਹੈ। ਉਸ ਦੇ ਗਮ ਦੂਰ ਹੁੰਦੇ ਨੇ ਤੇ ਨਾ ਸਿਰਫ ਉਸ ਦੇ ਗਮ ਦੂਰ ਹੁੰਦੇ ਨੇ। ਯਸਾਇਆ 40 ਬਾਬ ਉਸ ਦੀ ਪਹਿਲੀ ਐਤ ਤੋਂ ਪੜ੍ਹੀਏ ਤੇ ਲਿਖਿਆ ਮਿਲਦਾ ਹੈ, ਤਸੱਲੀ ਦਿਓ, ਤੁਸੀਂ ਮੇਰੇ ਲੋਕਾਂ ਨੂੰ ਤਸੱਲੀ ਦਿਓ। ਤੇ ਤਸੱਲੀ ਹੈ ਖੁਦਾ ਦੇ ਕਲਾਮ ਦੇ ਵਿੱਚ। ਲੇਕਿਨ ਅਫਸੋਸ ਕਿ ਅਸੀਂ ਫਰੇਬੀਆਂ ਦੇ ਢਾਏ ਚੜੇ ਹੋਏ ਹਾਂ। ਸਰਕਸ਼ ਤੇ ਬਹੁਦਾਗੋ ਤੇ ਦਗਾਬਾਜ਼ਾਂ ਦੇ ਅਸੀਂ ਢਾਏ ਚੜੇ ਹੋਏ ਹਾਂ। ਕਿਉਂਕਿ ਤੀਤਸ ਦਾ ਖਤ ਪਹਿਲਾ ਬਾਬ 10 ਤੇ 11 ਦੇ ਵਿੱਚ ਲਿਖਿਆ, ਬਹੁਤ ਸਾਰੇ ਲੋਕ ਸਰਕਸ਼ ਬਹੁਦਾਗੋ ਤੇ ਦਗਾਬਾਜ਼ ਨੇ। ਖਾਸ ਕਰ ਮਖਦੂਨਾ ਦੇ ਵਿੱਚੋਂ ਚੁੱਕ ਕੇ ਬਾਈਬਲ ਹੀ ਆਉਂਦੇ ਨੇ, ਪਰ ਬਾਈਬਲ ਦੀ ਗੱਲ ਨਹੀਂ ਸੁਣਾਉਂਦੇ। ਕਿਉਂਕਿ ਮਕਾਸ਼ਵਾ 22 ਬਾਬ 15 'ਚ ਲਿਖਿਆ ਹੈ, ਕਹਾਣੀਆਂ ਸੁਣਾ ਕੇ ਤੇ ਝੂਠੀਆਂ ਕਹਾਣੀਆਂ ਸੁਣਾ ਕੇ ਚਲੇ ਜਾਂਦੇ ਨੇ। ਪਰ ਅੱਗਿਓਂ ਕਹਿੰਦਾ, ਤੁਸੀਂ ਅਕਲਮੰਦ ਹੋਵੋ ਤੇ ਇਹਨਾਂ ਦਾ ਕਰੋ ਮੂੰਹ ਬੰਦ। ਇਹ ਹਦੀਆ ਵੀ ਲੈ ਜਾਂਦੇ ਨੇ ਨਜਾਇਜ਼ ਨਫਾ ਦੀ ਖਾਤਰ, ਨਸ਼ਾਇਸ਼ਤਾ ਗੱਲਾਂ ਸਿਖਾ ਕੇ ਘਰਾਂ ਦੇ ਘਰ ਤਬਾਹ, ਸਾਡੇ ਘਰ ਵੀ ਤਬਾਹ ਕਰਦੇ ਨੇ, ਹਦੀਆ ਜਾਤ ਵੀ ਦਿੰਦੇ ਆ। ਅਫਸੋਸ
ਕਿ ਜੇ ਅਕਲਮੰਦ ਹੁੰਦੇ ਤੇ ਫਿਰ ਸਮਝ ਜਾਂਦੇ ਕਿ ਸਾਡੇ ਕੋਲ ਜੇ ਖੁਦਾਵੰਦ ਦਾ ਕਲਾਮ ਪਿਆ ਤੇ ਆਉਣ ਵਾਲੇ ਬੰਦੇ ਨਾ ਇਹ ਜੇ ਕਰਨ ਡਿਆ ਬਾਹਰੋਂ ਹੀ ਗੱਲਾਂ, ਉਹ ਇਹ ਜੇ ਬੱਚਿਆਂ ਨੂੰ ਬਪਤਿਸਮਾ ਦੇਣ ਡਿਆ ਤੇ ਇਹਦੇ ਕੋਲ ਪੁੱਛੀਏ ਕਿ ਗੱਲ ਕਲਾਮ ਦੀ ਵੱਡੀ ਹੈ ਕਿ ਤੇਰੀ ਵੱਡੀ ਹੈ। ਲੇਕਿਨ ਅਫਸੋਸ ਕਿ ਅਸੀਂ ਇਹਨਾਂ ਝੂਠੇ ਤੇ ਫਰੇਬੀ ਤੇ ਸ਼ਿਕਾਰੀ ਲੋਕਾਂ ਦਾ ਇੰਨਾ ਕੁ ਲਿਹਾਜ਼ ਕਰਨੇ ਆ ਤੇ ਕਲਾਮ ਨੂੰ ਰੱਦ ਕਰ ਦਿੰਦੇ ਤੇ ਤਰਕ ਕਰ ਦਿੰਦੇ ਆ, ਕਲਾਮ ਦੀ ਗੱਲ ਹੀ ਨਹੀਂ ਕਰਦੇ। ਹਾਲਾਂਕਿ ਯਰਮੀਆ 2:31 ਦੇ ਵਿੱਚ ਕਿਹਾ ਗਿਆ, ਐ ਇਸ ਪੁੱਛਦੇ ਲੋਕ ਖੁਦਾਵੰਦ ਦੇ ਕਲਾਮ ਦਾ ਲਿਹਾਜ਼ ਕਰਿਓ। ਜੇਕਰ ਅਸੀਂ ਲਿਹਾਜ਼ ਕਰਾਂਗੇ, ਅਸੀਂ ਖੁਦਾ ਦੀ ਇਬਾਦਤ ਕਰਾਂਗੇ ਤੇ ਜ਼ਬੂਰ 22:30 'ਚ ਲਿਖਿਆ ਇੱਕ ਪੀੜ੍ਹੀ ਜਿਹੜੀ ਰੱਬ ਦੀ ਇਬਾਦਤ ਕਰੇਗੀ, ਆਉਣ ਵਾਲੀ ਪੀੜ੍ਹੀ ਨੂੰ ਉਹੀ ਰੱਬ ਦੀ ਖਬਰ ਪਹੁੰਚਾਵੇਗੀ, ਕਿਉਂਕਿ ਉਹਨਾਂ ਝੂਠੀਆਂ ਤਨਜ਼ੀਮਾਂ ਦੀ ਇਬਾਦਤ ਨਹੀਂ ਕੀਤੀ ਬਲਕਿ ਉਹਨਾਂ ਰੱਬ ਦੀ ਇਬਾਦਤ ਕੀਤੀ। ਹੁਸ਼ਿਆਰ ਬੰਦੇ ਸੀ, ਕਿਉਂਕਿ ਅਮਸਾਲ 8:5 'ਚ ਲਿਖਿਆ, ਸਾਦਾ ਦਿਲੋਂ ਹੁਸ਼ਿਆਰੀ ਸਿੱਖ ਲਵੋ। ਸੋ ਜ਼ਰੂਰਤ ਏ ਹੁਸ਼ਿਆਰੀ ਸਿੱਖਣ ਦੀ। ਐ ਸਾਦਾ ਦਿਲੋਂ ਹੁਸ਼ਿਆਰੀ ਸਿੱਖੋ ਤੇ ਅਹਿਮ ਕੋ ਦਨਾ ਬਣੋ। ਦਨਾ ਅੱਜ ਵੇਲਾ ਹੈ ਦਨਾ ਬਣਨ ਦਾ। ਹੁਸ਼ਿਆਰ ਹੋ ਜਾਣ ਦਾ, ਕਿਉਂਕਿ ਜਿਸ ਵੇਲੇ ਦੂਸਰਾ ਤਮੋਥੀਅਸ 3:13 ਤੋਂ ਪੜ੍ਹਨੇ ਤੇ ਲਿਖਿਆ, ਬੁਰੇ ਤੇ ਧੋਖਾਬਾਜ਼ ਬੰਦੇ। ਇਹ ਕਲਾਮ ਸਾਨੂੰ ਬੁਰਿਆਂ ਦੀ, ਧੋਖੇਬਾਜ਼ਾਂ ਦੀ ਪਛਾਣ ਕਰਵਾਵੇਗਾ। ਬੁਰੇ ਤੇ ਧੋਖਾਬਾਜ਼ ਬੰਦੇ ਫਰੇਬ ਦਿੰਦੇ ਨੇ, ਫਰੇਬ ਤੇ ਫਰੇਬ ਖਾਂਦਿਆਂ ਖੁਦ ਵੀ ਵਿਗੜਦੇ ਹੀ ਜਾਂਦੇ ਨੇ। ਜੇ ਲੋਕਾਂ ਦੇ ਖਾਨਦਾਨ ਤਬਾਹ ਕਰਦੇ ਨੇ, ਘਰਾਂ ਦੇ ਘਰ ਤਬਾਹ ਕਰਦੇ ਨੇ, ਤੇ ਆਪਣਾ ਖਾਨਦਾਨ ਬਚਾ ਲੈਣਗੇ? ਕਿਉਂਕਿ ਯਰਮੀਆ 23:28 ਤੋਂ 36 ਤੱਕ ਪੜ੍ਹ ਕੇ ਵੇਖ ਲਓ। ਉਹ ਜੇ ਅਸੀਂ ਡੰਗਰ ਬਣੇ ਹੋਏ ਆ ਤੇ ਕਲਾਮ ਸਾਨੂੰ ਹੁਸ਼ਿਆਰ ਕਰਦਾ, ਵਿਧਾਰ ਕਰਦਾ ਹੈ। ਘਰਾਂ 'ਚ ਕਲਾਮ ਤੇ ਉਹ ਕਹਿੰਦਾ, ਜਿਸ ਨਬੀ ਕੋ ख्वाब ख्वाब ਦੱਸੇ, ਜਿਹਦੇ ਕੋ ਮੇਰਾ ਕਲਾਮ ਹੈਗਾ, ਮੇਰੇ ਕਲਾਮ ਨੂੰ ਦਿਆਨਤਦਾਰੀ ਨਾ ਸੁਣਾਵੇ। ਇਹ ਤੇ ਸਾਨੂੰ ਰੱਬ ਨੇ ਸੁਣਾਉਣ ਲਈ ਦਿੱਤਾ ਹੈ। ਲਿਖਿਆ, ਗਿਊਨ ਬੂਸੇ ਨਾਲ ਕੀ ਨਿਸਬਤ? ਖੁਦਾਵੰਦ ਫਰਮਾਉਂਦਾ ਹੈ, ਗਿਊਨ ਅਗਰ ਬੰਦਾ ਹੈ ਤੇ ਸੋਚ, ਗਿਊਨ ਦੇ ਨਾਲ ਤੂੜੀ ਵੀ ਖਾਣਾ ਵਾ। ਉਹ ਤੂੜੀ ਨੂੰ ਤਾਂ ਘਾਹ ਛੱਡ ਜਾਣਾ, ਪੈਲੀਆਂ ਦੇ ਵਿੱਚ ਹੀ ਉੱਥੇ ਲਿੰਬ ਦੇਣਾ। ਕੀ ਜੀ ਇਹ ਡੰਗਰਾਂ ਲਈ ਹੈ ਤੇ ਦਾਣੇ ਦਾਣੇ ਮੇਰੇ ਲਈ, ਮੈਂ ਇਸ ਕਰਕੇ ਘਰ ਲੈ ਆਇਆ। ਉਹਨਾਂ ਨੂੰ ਫਿਰ ਕੀ ਕਰਦੇ ਆ? ਉਹਨਾਂ ਨੂੰ ਧੋਂਦੇ ਆ, ਮੰਜਿਆਂ ਤੇ ਪਾ ਕੇ ਸੁਕਾਉਂਦੇ ਨੇ, ਛੱਟ ਬਣਾ ਕੇ ਚੱਕੀ ਤੇ ਭੇਜ ਕੇ ਜਿਸ ਲਈ ਆਟਾ ਪੀਸ ਕੇ ਆ ਜਾਂਦਾ, ਫਿਰ ਵੀ ਛਾਨਣੀ ਦੇ ਨਾਲ ਛਾਣਦੇ, ਫਿਰ ਗੁੰਨ ਕੇ ਰੋਟੀ ਬਣਾ ਕੇ, ਤੇ ਜਿਹਨਾਂ ਦੇ ਮਾਲ ਟਾਂਡਾ ਘਰ ਹੈਗਾ, ਯਾਨੀ ਡੰਗਰ ਵੱਛਾ, ਉਹ ਤੇ ਕੋਸ਼ਿਸ਼ ਕਰਦੇ ਆ ਕਿ ਮੱਖਣ ਲਾਇਆ ਜਾਏ, ਰੋਟੀ ਨੂੰ ਹੋਰ ਸਵਾਦੀ ਕੀਤੀ ਜਾਏ, ਤੇ ਫਿਰ ਖਾਂਦੇ ਨੇ। ਅਫਸੋਸ ਕਿ ਜ਼ਿੰਦਗੀ ਦੀ ਰੋਟੀ ਵਿੱਚ ਮਿਲਾਵਟਾਂ, ਜ਼ਿੰਦਗੀ ਦੀ ਵਿੱਚ ਰੋਟੀ ਵਿੱਚ ਮਿਲਾਵਟਾਂ ਕੀਤੀਆਂ ਹੋਈਆਂ, ਤੇ ਅਸੀਂ ਉਹ ਮਿਲਾਵਟਾਂ ਕੀਤੀ ਹੋਈ ਰੋਟੀ ਖਾਂਦੇ ਹਾਂ। ਆਪਣੀ ਰੋਟੀ ਨੂੰ ਇੰਨਾ ਸਾਫ ਸੁਥਰਾ ਕਰਕੇ, ਤੇ ਫਿਰ ਖੁਦਾ ਵੀ 30 'ਚ ਕਹਿੰਦਾ ਹੈ, ਮੈਂ ਇਹਨਾਂ ਦਾ ਮੁਖਾਲਫ, ਕਿਉਂਕਿ ਬੰਦੇ ਚੋਰ ਨੇ ਜਿਹੜੇ ਆਏ ਨੇ ਆਪਣੇ ਘਰਾਂ 'ਚ। ਪਛਾਣੀਏ ਸਾਡੇ ਘਰ ਕੌਣ ਵੜਦਾ ਪਿਆ ਹੈ? ਚੋਰ। ਲਿਖਿਆ, ਮੇਰੀਆਂ ਗੱਲਾਂ ਚੁਰਾਉਂਦੇ ਨੇ, ਆਪਣੀਆਂ ਦੱਸਦੇ ਨੇ, ਇਸ ਕਰਕੇ ਚੋਰ ਨੇ, ਮੈਂ ਇਹਨਾਂ ਦਾ ਮੁਖਾਲਫ ਹਾਂ। ਯਰਮੀਆ 23 ਉਹਦੀ 28 ਤੋਂ ਪੜ੍ਹਨਾ ਸ਼ੁਰੂ ਕਰ ਦਿਓ, 36 ਤੱਕ ਜਾਓ।
31 ਦੇ ਵਿੱਚ ਖੁਦਾ ਫਿਰ ਇਹਨਾਂ ਲੋਕਾਂ ਨੂੰ ਕਹਿੰਦਾ ਮੈਂ ਤੁਹਾਡਾ ਮੁਖਾਲਫ 32 ਚ 33 ਚ 34 ਚ ਕਹਿੰਦਾ ਮੈਂ ਤੁਹਾਡੇ ਘਰਾਣੇ ਨੂੰ ਵੀ ਸਜ਼ਾ ਦੇਣੀ ਹੈ, ਕਿਉਂਕਿ ਤੁਸੀਂ ਲੋਕਾਂ ਦੇ ਘਰ ਉਜਾੜੇ ਨੇ ਤੇ ਘਰ ਆਪਣਾ ਵੀ ਨਹੀਂ ਬਚਾ ਸਕੋਗੇ। ਮੈਂ ਤੁਹਾਡੇ ਘਰਾਣੇ ਨੂੰ ਵੀ ਸਜ਼ਾ ਦੇਣੀ। ਔਰ 36 ਚ ਲਿਖਿਆ ਤੇਰੀਆਂ ਗੱਲਾਂ ਉਹ ਜਿਹੜੀਆਂ ਤੂੰ ਕਰਨਾ, ਉਹ ਜਿਹੜੀ ਝੂਠ ਘੜਨਾ ਹੈ, ਤੇਰੀਆਂ ਗੱਲਾਂ ਤੇਰੇ ਉੱਤੇ ਭਾਰ ਹੋਣੀਆਂ ਨੇ। ਇਸ ਕਰਕੇ ਪਹਿਲਾ ਦੂਸਰਾ ਤਿਮੋਥੀ 3:13 ਚ ਲਿਖਿਆ ਬੁਰੇ ਤੇ ਧੋਖਾਬਾਜ਼ ਬੰਦੇ ਫਰੇਬ ਦਿੰਦੇ ਨੇ, ਲੋਕਾਂ ਨੂੰ ਫਰੇਬ ਦਿੰਦੇ ਫਿਰਦੇ ਨੇ, ਔਰ ਫਰੇਬ ਖਾਂਦਿਆਂ ਖੁਦ ਵੀ ਵਿਗੜਦੇ ਜਾਂਦੇ ਨੇ। ਜੇਕਰ ਲੋਕਾਂ ਦੇ ਘਰ ਤਬਾਹ ਕਰਦੇ ਨੇ ਤੇ ਆਪਣਾ ਘਰ ਨਹੀਂ ਤਬਾਹ ਹੋਣਾ, ਉਹ ਆਪਣਾ ਘਰ ਵੀ ਚੋਰਾਂ ਦਾ ਤਬਾਹ ਹੋਣਾ ਹੈ। ਕਿਉਂਕਿ ਲਿਖਿਆ ਬੰਦੇ ਚੋਰ ਨੇ, ਮੇਰੀਆਂ ਗੱਲਾਂ ਚੁਰਾਉਂਦੇ ਨੇ, ਉਹ ਇਹਦੇ ਚ ਕੋਈ ਨਹੀਂ ਬੱਚਿਆਂ ਦਾ ਬਪਤਿਸਮਾ। ਇਹ ਤੇ ਗੱਲਾਂ ਚੁਰਾਉਂਦੇ ਪਏ ਤੇ ਆਪਣੀਆਂ ਦੱਸਦੇ ਪਏ। ਬੁਰੇ ਤੇ ਧੋਖਾਬਾਜ਼ ਬੰਦੇ ਫਰੇਬ ਦਿੰਦੇ ਨੇ ਤੇ ਲਿਖਿਆ ਫਰੇਬ ਖਾਂਦਿਆਂ ਖੁਦ ਵੀ ਵਿਗੜਦੇ ਹੀ ਫੇ ਜਾਂਦੇ ਨੇ। ਲਿਖਿਆ ਇਹ ਤੇ ਵਿਗੜਦੇ ਤੇ ਵਿਗੜਿਆ ਹਾਂ ਤੇ ਅਸੀਂ ਮਗਰ ਲੱਗੇ, ਬਲਕਿ ਵਿਗੜਿਆ ਨੂੰ ਪੂਜਦੇ। ਮਤੀ 23:15 ਚ ਲਿਖਿਆ ਹੈ ਵਿਗੜੇ ਹੋਏ ਲੋਕ ਸਾਡੇ ਪੀਰ, ਅਸੀਂ ਇਹਨਾਂ ਦੇ ਮਰੀਦ ਬਣੇ ਹੋਏ। ਖੁਦਾਵੰਦ ਯਿਸੂ ਮਸੀਹ ਨੇ ਆਖਿਆ ਤੁਹਾਨੂੰ ਆਪਣੇ ਤੋਂ ਦੁੱਗਣਾ ਜਹੰਨਮ ਦਾ ਫਰਜ਼ੰਦ ਬਣਾਉਣਗੇ ਤੇ ਸਾਨੂੰ ਹੋਸ਼ ਹੀ ਕੋਈ ਨਹੀਂ। ਅਸੀਂ ਕਹਿੰਦੇ ਬਣਨ ਦੇ ਸਾਨੂੰ ਜਹੰਨਮ ਦਾ ਫਰਜ਼ੰਦ, ਅਸੀਂ ਕਲਾਮ ਨੂੰ ਨਹੀਂ ਮੰਨਣਾ, ਅਸੀਂ ਤੋਬਾ ਕਰਕੇ ਬਪਤਿਸਮਾ ਨਹੀਂ ਲੈਣਾ, ਅਸੀਂ ਉਹ ਕੰਮ ਕਰਨਾ ਜਿਹੜਾ ਬਾਈਬਲ ਦੇ ਉਲਟੇ, ਜਿਹੜਾ ਈਮਾਨ ਨਾਲ ਆਏ ਬਪਤਿਸਮਾ ਉਹਨੂੰ ਦਵਾਉਣਾ ਤੇ ਬਣਾਉਣਾ ਮੁਜਰਮ। ਹਾਲਾਂਕਿ ਦੂਸਰਾ ਤਿਮੋਥੀ 3:13 ਚ ਲਿਖਿਆ ਮਿਲਦਾ ਏ ਬੁਰੇ ਤੇ ਧੋਖੇਬਾਜ਼ ਬੰਦੇ ਫਰੇਬ ਦਿੰਦੇ ਨੇ ਤੇ ਫਰੇਬ ਖਾਂਦਿਆਂ ਵਿਗੜਦੇ ਚਲੇ ਜਾਂਦੇ ਨੇ। ਮਗਰ ਤੂੰ ਇਹਨਾਂ ਗੱਲਾਂ ਨੂੰ ਜਿਹੜੀਆਂ ਤੂੰ ਸਿੱਖੀਆਂ ਨੇ ਕਲਾਮ ਦੇ ਵਿੱਚੋਂ ਤੇ ਜਿਨ੍ਹਾਂ ਦਾ ਯਕੀਨ ਤੈਨੂੰ ਦਿਲਾਇਆ ਗਿਆ ਖੁਦਾ ਨੇ, ਜਿਨ੍ਹਾਂ ਦਾ ਯਕੀਨ ਤੈਨੂੰ ਦਿਲਾਇਆ ਗਿਆ ਏ ਤੇ ਉਹਨਾਂ ਤੇ ਕਾਇਮ ਰਹਿ। ਤੇ ਇਸ ਗੱਲ ਨੂੰ ਵੀ ਸੋਚ ਕਿ ਉਹਨਾਂ ਗੱਲਾਂ ਨੂੰ ਤੂੰ ਕਿਹਦੇ ਕੋਲੋਂ ਸਿੱਖਿਆ ਸੀ। ਲੂੰਬੜੀਆਂ ਕੋ ਸਿੱਖਿਆ ਸੀ, ਬਗਿਆੜਾਂ ਕੋ ਸਿੱਖਿਆ ਸੀ, ਜਾਂ ਰਸੂਲਾਂ ਕੋ? ਕਿਉਂਕਿ ਹਿਜ਼ਕੀਏਲ 13:4 ਚ ਲਿਖਿਆ ਇਸਰਾਈਲ ਦੇ ਨਬੀ ਉਹਨਾਂ ਲੂੰਬੜਿਆਂ ਦੀ ਮਾਨਤ ਹੈ ਜਿਹੜੇ ਵੀਰਾਨੀਆਂ ਤਬਾਹੀਆਂ ਕਰੀ ਜਾਂਦੇ ਨੇ। ਯਰਮੀਆ ਨਬੀ ਦੇ ਸੀਫੇ ਦੇ ਵਿੱਚ ਲਿਖਿਆ ਮਿਲਦਾ ਕਿ ਤੇਰੀਆਂ ਗੱਲਾਂ ਤੇਰੇ ਉੱਤੇ ਭਾਰ ਹੋਣੀਆਂ ਨੇ, ਕਿਉਂਕਿ ਤੂੰ ਰੱਬ ਦੇ ਕਲਾਮ ਨੂੰ, ਯਰਮੀਆ 23:36 ਤੂੰ ਰੱਬ ਦੇ ਕਲਾਮ ਨੂੰ ਵਿਗਾੜਿਆ। ਗਲਤੀ ਉਹ ਪਹਿਲਾ ਬਾਪ 7 ਤੋਂ 9 ਤੱਕ ਪੜ੍ਹੋ ਤੇ ਲਿਖਿਆ ਮਗਰ ਦੂਸਰੀ ਨਹੀਂ। 2 ਨੰਬਰੀ ਲੋਕਾਂ ਦੇ ਬਾਰੇ ਤੇ ਇਸ਼ਾਰ ਤੇ ਬੇਦਾਰ ਕਰ ਦਿੱਤਾ ਗਿਆ। मगर दूसरी नहीं, अलबत्ता बाज ऐसे हैं जो तुम्हें घबरा देते हैं और मसीह की खुशखबरी को बिगाड़ना। जेकर मसीह कहता जिहड़ा ईमान लिया भी वह बपतिस्मा लवे तो असी उन्होंने बपतिस्मा दवाने जिहड़ा ईमान नहीं लिया। सारा काम ही उल्ट ते मसीह की खुशखबरी बिगाड़न वालियां दे पिछे लगने। रसूल ने 8 आख्या चाहे असी होईए ਜਾਂ ਸਮਾਨ ਦਾ ਫਰਿਸ਼ਤਾ ਵੀ ਹੋਵੇ। ਇਸ ਤੋਂ ਬਾਹਰ ਕਿਸੇ ਨੇ ਵੀ ਗੱਲ ਕੀਤੀ ਸਮਾਨ ਦੇ ਫਰਿਸ਼ਤੇ ਕਿਉਂ ਨਾ ਕਰ ਦਿੱਤੀ ਹੋਏ, ਤੁਸੀਂ ਉਹਨੂੰ ਕਿਉਂ ਤੂੰ ਮਲਾਉਨ ਹੈ, ਮਲਾਉਨ। 9 ਦੇ ਵਿੱਚ ਕਹਿੰਦਾ ਦੁਬਾਰਾ ਫਿਰ ਇਹੋ ਗੱਲ ਦੁਹਰਾਉਂਦਾ, ਕਹਿੰਦਾ ਜਿਹੜੀ ਗੱਲ ਮੈਂ ਪਹਿਲਾਂ ਕਹਿ ਚੁੱਕਿਆ, ਕਲਾਮ ਤੋਂ ਬਾਹਰ ਚਾਹੇ ਫਰਿਸ਼ਤਾ ਆਣ ਕੇ ਗੱਲ ਕਰੇ, ਬੰਦਾ ਤੇ ਬੰਦਾ ਚਾਹੇ ਫਰਿਸ਼ਤਾ ਆਣ ਕੇ ਗੱਲ ਕਰੇ, ਤੁਸੀਂ ਉਹਨੂੰ ਕਹੋ ਕਿ ਤੂੰ ਮਲਾਉਨ ਹੈ, ਤੂੰ ਤਾਂ ਕਲਾਮ ਨੂੰ ਵਿਗਾੜਦਾ ਹੈ, ਤੂੰ ਤਾਂ ਯਿਸੂ ਮਸੀਹ ਦੀਆਂ ਗੱਲਾਂ ਨੂੰ ਨਹੀਂ ਮੰਨਦਾ। ਉਹ ਤਾਂ ਕਹਿੰਦਾ ਮਰਕਸ 16:16 ਕਿ ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਲਵੇ।
ਤੂੰ ਤੇ ਉਹਨੂੰ ਬਪਤਿਸਮੇ ਦੇਣਾ ਹੈ ਜਿਹੜਾ ਈਮਾਨ ਨਹੀਂ ਲਿਆਉਂਦਾ, ਯਾਨੀ ਬੱਚਿਆਂ ਨੂੰ। ਕਿਉਂਕਿ ਇਬਰਾਨੀਓ ਦਾ ਮੁਸੰਨਫ ਪੌਲੁਸ ਰਸੂਲ ਵੀ 5 ਬਾਬ 13 ਚ ਕਹਿੰਦਾ ਏ, ਦੁੱਧ ਪੀਂਦੇ ਨੂੰ ਰਾਸ਼ਟਰਵਾਦੀ ਦੇ ਕਲਾਮ ਦਾ ਕੋਈ ਤਜਰਬਾ ਨਹੀਂ, ਕਿਉਂਕਿ ਉਹ ਬੱਚਾ ਹੈ। ਰਸੂਲਾਂ ਦੀ ਇਮਾਲ 2 ਬਾਬ 41 ਐਤ ਨੂੰ ਪੜ੍ਹੋ, ਲਿਖਿਆ ਮਿਲਦਾ ਹੈ, ਜਿਨ੍ਹਾਂ ਲੋਕਾਂ ਨੇ ਕਲਾਮ ਨੂੰ ਕਬੂਲ ਕੀਤਾ ਸੀਗਾ, ਬਪਤਿਸਮਾ ਤੇ ਉਹਨਾਂ ਨੇ ਲਿਆ ਸੀ, ਤੇ ਬੱਚੇ ਨੂੰ ਤੇ ਆਪਣੀ ਹੋਸ਼ ਨਹੀਂ, ਮੈਂ ਕੁੜੀ ਹਾਂ ਕਿ ਮੁੰਡਾ ਹੈ, ਉਹ ਮੇਰੇ ਕੱਪੜਾ ਲੀੜਾ ਵੀ ਪਾਇਆ ਕਿ ਨਹੀਂ ਪਾਇਆ। ਸੋ ਅੱਜ ਹੋਸ਼ ਕਰੀਏ ਤੇ ਬੁਰੇ ਤੇ ਧੋਖਾਬਾਜ਼ ਬੰਦਿਆਂ ਤੋਂ ਹੁਸ਼ਿਆਰ ਹੋਈਏ। ਇਹ ਲੋਕਾਂ ਨੂੰ ਤਾਂ ਫਰੇਬ ਦਿੰਦੇ ਆ, ਤੇ ਲਿਖਿਆ ਫਰੇਬ ਖਾਂਦਿਆਂ ਖੁਦ ਵੀ ਵਿਗੜਦੇ ਹੀ ਜਾਂਦੇ ਨੇ। ਤੇ ਵਿਗੜੇ ਹੋਏ ਲੋਕ ਸਾਡੇ ਪੀਰ, ਅਸੀਂ ਇਹਨਾਂ ਦੇ ਮਰੀਦ, ਇਹਨਾਂ ਦਾ ਖੜਾ ਹੀ ਨਹੀਂ ਛੱਡਦੇ। ਰੋਮੀਓ 16 ਬਾਬ 17 ਦੇ ਵਿੱਚ ਆਖਿਆ, ਉਹ ਜਿਹੜੇ ਲੋਕ ਇਸ ਤਲੀਮ ਦੇ ਬਰਖਲਾਫ, ਕਿਹੜੀ ਬਾਈਬਲ ਦੀ ਤਲੀਮ ਦੇ ਬਰਖਲਾਫ, ਉਹ ਜਿਹੜੇ ਕਲਾਮ ਦੀ ਤਲੀਮ ਦੇ ਬਰਖਲਾਫ, ਅਸੀਂ ਉਹਨਾਂ ਦੇ ਮਗਰ ਲੱਗਣੇ ਪਏ। ਲਿਖਿਆ, ਫੁੱਟ ਪੜਨ ਤੇ ਠੋਕਰ ਖਾਣ ਦਾ ਬਾਇਸ ਬਣਦੇ ਨੇ, ਉਹਨਾਂ ਨੂੰ ਤਾੜ ਦਿਆ ਕਰੋ ਤੇ ਉਹਨਾਂ ਤੋਂ ਕਿਨਾਰਾ। ਅਸੀਂ ਇਹਨਾਂ ਦਾ ਖਹਿੜਾ ਹੀ ਨਹੀਂ ਛੱਡਦੇ। ਬਾਈਬਲ 'ਚ ਲਿਖਿਆ, ਇਹਨਾਂ ਤੋਂ ਕਿਨਾਰਾ ਕਰੋ। ਇਸ ਤਰ੍ਹਾਂ ਦੇ ਲੋਕ ਖੁਦਾਵੰਦ ਯਿਸੂ ਮਸੀਹ ਦੀ ਨਹੀਂ, ਇਹ ਤੇ ਪੇਟ ਦੀ ਖਿਦਮਤ ਕਰਦੇ ਨੇ ਤੇ ਚਿਕਨੀ ਚੋਪੜੀ ਗੱਲਾਂ ਨਾਲ ਸਾਦਾ ਦਿਲਾਂ ਨੂੰ ਬਹਕਾਉਂਦੇ ਨੇ। ਅਮਸਾਲ 8 ਬਾਬ 15 'ਚ ਲਿਖਿਆ, ਸਾਦਾ ਦਿਲੋਂ ਹੁਸ਼ਿਆਰੀ ਸਿੱਖ ਲਵੋ, ਐ ਮਕੂਦ ਨਾ ਬਣੋ। ਕਿਉਂਕਿ ਅਮਸਾਲ 15 ਬਾਬ 24 'ਚ ਲਿਖਿਆ, ਦਨਾ ਲਈ ਫਿਰ ਜ਼ਿੰਦਗੀ ਦੀ ਰਾਹ ਉੱਤੇ ਨੂੰ ਚਲੇ ਜਾਂਦੀ ਹੈ, ਤਾਂ ਕਿ ਪਤਾਲ ਚ ਉਤਰਨ ਤੋਂ ਬਚੇ। ਅਗਰ ਕੋਈ ਚਾਹੁੰਦਾ ਹੈ ਕਿ ਮੈਂ ਉੱਤੇ ਜਾਣਾ ਚਾਹੁੰਦਾ, ਮੈਂ ਇਬਰਾਹਿਮ ਦੀ ਗੋਦ 'ਚ ਜਾਣਾ ਚਾਹੁੰਦਾ, ਮੇਰੀ ਆਲ ਔਲਾਦ ਇਬਰਾਹਿਮ ਦੀ ਗੋਦ ਦੇ ਵਿੱਚ ਜਾਵੇ, ਤੇ ਫਿਰ ਜ਼ਬੂਰ 22 ਤੇ 30 'ਚ ਲਿਖਿਆ, ਇੱਕ ਪੀੜੀ ਜਿਹੜੀ ਰੱਬ ਦੀ ਇਬਾਦਤ ਕਰੇ। ਅੱਜ ਤੇ ਨੇ ਝੂਠੀਆਂ ਤਨਜ਼ੀਮਾਂ ਦੀ ਇਬਾਦਤ ਕਰਨ ਦੇ, ਇਹਨਾਂ ਨੂੰ ਪੂਜਣ ਡਏ। ਉਹੀ ਪੀੜੀ, ਆਉਣ ਵਾਲੀ ਪੀੜੀ ਨੂੰ ਰੱਬ ਦੀ ਖਬਰ, ਖੁਦਾ ਸਾਡੇ ਤੇ ਬੜੀ ਆਸ ਰੱਖਦਾ ਹੈ। ਯਸਾਇਆ 62 ਬਾਬ 6 ਐਤ ਨੂੰ ਪੜ੍ਹੋ ਤੇ ਲਿਖਿਆ, ਯਰੂਸ਼ਲਮ, ਮੈਂ ਤੇਰੀਆਂ ਦੀਵਾਰਾਂ ਉੱਤੇ ਨਿਗਹਿਬਾਨ ਮੁਕੱਰਰ ਕੀਤੇ ਨੇ, ਨਿਗਹਿਬਾਨ ਜਿਹੜੇ ਆਪਣੇ ਘਰ ਦੀ ਰਾਖੀ ਕਰਨਗੇ। ਯਰੂਸ਼ਲਮ ਤੇ ਢਕਾਰੇ, ਯਰੂਸ਼ਲਮ, ਮੈਂ ਤੇਰੀਆਂ ਦੀਵਾਰਾਂ ਦੇ ਉੱਤੇ ਨਿਗਹਿਬਾਨ ਮੁਕੱਰਰ ਕੀਤੇ ਨੇ। ਇਹ ਦਿਨ ਤੇ ਰਾਤ ਕਦੀ ਖਾਮੋਸ਼ ਨਹੀਂ ਹੋਣਗੇ। ਹੈ ਖੁਦਾਵੰਦ ਦਾ ਜ਼ਿਕਰ ਕਰਨ ਵਾਲਿਓ, ਯਾਨੀ ਕਲਾਮ ਦਾ ਜ਼ਿਕਰ ਕਰਨ ਵਾਲਿਓ, ਕਦੀ ਖਾਮੋਸ਼ ਨਾ ਹੋਇਓ। ਆਪਣੇ ਬੱਚਿਆਂ ਨੂੰ ਹੁਸ਼ਿਆਰ ਕਰਿਓ, ਬਦਾਰ ਕਰਿਓ, ਕਿਉਂਕਿ ਇਸ਼ਤਿਸ਼ਨਾ 6 ਬਾਬ 4 ਤੋਂ ਪੜ੍ਹੀਏ ਤੇ ਲਿਖਿਆ ਮਿਲਦਾ ਹੈ, ਸੁਣ ਐ ਇਸਰਾਈਲ, ਤੇਰਾ ਰੱਬ ਇੱਕੋ ਹੀ ਹੋ। ਆਪਣੇ ਰੱਬ ਨੂੰ, ਇਹ ਕਲਾਮ ਰੱਬ ਹੀ ਹੋ, ਕਲਾਮ ਖੁਦਾ ਹੈ। ਆਪਣੇ ਰੱਬ ਨੂੰ ਪੂਰੇ ਦਿਲੋਂ ਜਾਨ ਤਾਕਤ ਨਾਲ ਪਿਆਰ ਕਰੀ, ਕਿਉਂਕਿ ਯਰਮੀਆ 2 ਬਾਬ 31 'ਚ ਆਖਿਆ, ਐ ਇਸ ਪੁੱਛਦੇ ਲੋਗੋ, ਖੁਦਾ ਦੀ ਕਲਾਮ ਦਾ ਲਿਹਾਜ਼ ਕਰਿਓ। ਰੱਬ ਹੀ ਇਹ ਕਲਾਮ ਖੁਦਾ ਹੈ, ਇਹਦਾ ਲਿਹਾਜ਼ ਕਰਿਓ। ਕਿਉਂਕਿ ਜ਼ਬੂਰ 138 ਉਹਦੀ 2 'ਚ ਲਿਖਿਆ ਹੈ, ਖੁਦਾ ਨੇ ਆਪਣੇ ਕਲਾਮ ਨੂੰ ਹਰ ਨਾਂ ਤੋਂ ਜ਼ਿਆਦਾ ਅਜ਼ਮਤ ਸ਼ਾਨ ਬਖਸ਼ੀ। ਇਸ ਨੂੰ ਰੱਦ ਨਾ ਕਰੀਏ, ਹੁਸ਼ਿਆਰ ਹੋਈਏ, ਬੇਦਾਰ ਹੋਈਏ ਕਿ ਇਹਨਾਂ ਤੋਂ, ਐਸੇ ਗਲਤ ਲੋਕਾਂ ਤੋਂ ਆਪ ਬਚੀਏ, ਆਪਣੀਆਂ ਨਸਲਾਂ ਨੂੰ ਐਸੇ ਲੋਕਾਂ ਤੋਂ ਬਚਾ ਲਈਏ ਜਿਨ੍ਹਾਂ ਦੇ ਬਾਰੇ ਲਿਖਿਆ ਹੈ, ਇਹਨਾਂ ਤੋਂ ਕਿਨਾਰਾ ਕਰ ਜਾਓ। ਇਹ ਲੋਕ ਖੁਦਾਵੰਦ ਯਿਸੂ ਮਸੀਹ ਦੀ ਨਹੀਂ, ਇਹ ਖੁਦਾਵੰਦ ਯਿਸੂ ਮਸੀਹ ਦੀਆਂ ਗੱਲਾਂ ਨੇ। ਰੋਮੀਓ 16 ਬਾਬ 17 ਤੇ 18 ਨੂੰ ਪੜ੍ਹ ਲਓ। ਕਿਨਾਰਾ ਕਰ ਜੋ, ਨਾ ਮਾਰੋ ਇਹਨਾਂ ਨੂੰ ਜੱਫੇ। ਮੁਕੱਦਿਸਾਨਾਂ ਦੇ 3 ਖਤ ਨੇ, ਦੂਸਰਾ ਖਤ, ਪਹਿਲਾ ਬਾਬ ਇੱਕੋ ਹੀ ਬਾਬ ਹੈ, 8 ਤੋਂ ਪੜ੍ਹੀਏ ਤੇ ਲਿਖਿਆ, ਜਿਹੜਾ ਕੋਈ ਅੱਗੇ ਵੱਧ ਜਾਂਦਾ ਤੇ ਮਸੀਹ ਦੀ ਤਲੀਮ, ਮਸੀਹ ਦੀ ਤਲੀਮ ਉੱਤੇ ਕਾਇਮ ਨਹੀਂ ਕਰਿੰਦਾ, ਉਹਦੇ ਕੋਲ ਨਾ ਬਾਪ ਹੈ ਨਾ ਬੇਟਾ ਹੈ। ਤੇ ਅਗਰ ਕੋਈ ਆਵੇ ਤੇ ਇਹ ਤਲੀਮ ਨਾ ਦਵੇ ਜਿਹੜੀ ਅੰਜੀਲ ਦੀ ਹੈ, ਉਹਨੂੰ ਘਰ 'ਚ ਨਾ ਵੜਨ ਦਿਓ।
ਨਾ ਉਹਨੂੰ ਸਲਾਮ ਕਰਿਓ, ਕਿਉਂਕਿ ਉਹ ਬੁਰਾ ਕੰਮ ਕਰਦਾ ਹੈ ਤੇ ਉਹਦੇ ਬੁਰੇ ਕੰਮਾਂ ਦੇ ਵਿੱਚ ਤੁਸੀਂ ਸ਼ਰੀਕ ਨਾ ਹੋਇਓ। ਅਸੀਂ ਤੇ ਕਿੱਦਾਂ ਸ਼ਰੀਕ ਨਾ ਹੋਈਏ? ਸਾਡੇ ਤੇ ਪੀਰ ਬਣ ਗਏ ਨੇ, ਉਸ ਤੇ ਇਹਨਾਂ ਦਾ ਖੜਾ ਹੀ ਨਹੀਂ ਛੱਡਦੇ। ਬੱਚਿਆਂ ਨੂੰ ਬਪਤਿਸਮੇ ਦਵਾ ਕੇ ਮੁਜਰਮ ਬਣਾਈ ਉਹਨੇ। ਬਾਈਬਲ 'ਚ ਲਿਖਿਆ ਦਨਾ ਬਣੋ, ਦਨਾ। ਹੁਸ਼ਿਆਰੀ ਸਿੱਖ ਲਓ, ਅਮਸਾਲ 8 ਬਾਬ 5 ਤੇ ਦਨਾ ਬਣੋ। ਤੇ ਲਿਖਿਆ ਏ ਦੂਸਰਾ ਤਿਮੋਥੀ 3 ਬਾਬ 14 ਨੂੰ ਪੜ੍ਹੀਏ ਤੇ ਫਿਰ ਇਹੋ ਹੀ ਸਾਨੂੰ ਬੁਰੇ ਤੇ ਧੋਖੇਬਾਜ਼ ਬੰਦਿਆਂ ਤੋਂ ਯਾਨੀ ਕਲਾਮ ਹੀ ਸਾਨੂੰ ਬਚਾ ਸਕਦਾ ਏ। ਲਿਖਿਆ ਏ, ਮਗਰ ਤੂੰ ਉਹਨਾਂ ਗੱਲਾਂ ਨੂੰ ਯਾਦ ਰੱਖ ਕਿ ਕਿਹਨਾਂ ਕੁਝ ਸਿੱਖੀਆਂ ਤੇ ਉਹਨਾਂ ਗੱਲਾਂ ਤੇ ਤੇਰਾ ਯਕੀਨ ਹੋਣਾ ਚਾਹੀਦਾ ਜਿਹੜੀਆਂ ਕਲਾਮ ਦੀਆਂ ਹੈ। ਇਹ ਜਾਣ ਕੇ ਉਹਨਾਂ ਗੱਲਾਂ ਤੇ ਕਾਇਮ ਰਹਿ ਕਿ ਕਲਾਮ ਮੈਂ ਕਿਹੜਾ ਕੁਝ ਸਿੱਖਿਆ, ਲੂਮੜੀਆਂ ਬਘਿਆੜਾ ਕੁਝ ਸਿੱਖਿਆ। ਇਹ ਤੇ ਪੇਟ ਦੀ ਖਿਦਮਤ ਕਰਦੀਆਂ ਨੇ ਲੂਮੜੀਆਂ ਤੇ ਬਘਿਆੜ। ਤੇ ਫਿਰ ਲਿਖਿਆ ਏ ਤੂੰ ਬਚਪਨ ਤੋਂ ਇਹਨਾਂ ਪਾਕ ਨਵਿਸ਼ਤਿਆਂ ਤੋਂ ਵਾਕਫ ਹਾਂ, ਪਰ ਇਹਨਾਂ ਦਾ ਯਕੀਨ ਨਹੀਂ ਕਰਦਾ, ਇਹਨਾਂ ਨੂੰ ਮੰਨਦਾ ਨਹੀਂਗਾ। ਤੂੰ ਬਚਪਨ ਤੋਂ ਇਹਨਾਂ ਪਾਕ ਨਵਿਸ਼ਤਿਆਂ ਤੋਂ ਵਾਕਫ ਹੈ, ਔਰ ਇਹੋ ਹੀ ਪਾਕ ਨਵਿਸ਼ਤੇ ਤੈਨੂੰ ਖੁਦਾਵੰਦ ਯਿਸੂ ਮਸੀਹ ਦੇ ਉੱਤੇ ਈਮਾਨ ਲਿਆਉਣ ਲਈ ਤੇ ਨਜਾਤ ਪਾਉਣ ਲਈ ਦਾਨਾਈ ਬਖਸ਼ ਸਕਦੀ ਨਹੀਂ। ਅਗਰ ਕੋਈ ਚਾਹੁੰਦਾ ਹੈ ਕਿ ਮੈਂ ਦਨਾ ਬਣਾ, ਮੇਰੀ ਆਲ ਔਲਾਦ ਦਨਾ ਬਣੇ, ਕਿਉਂਕਿ ਅਮਸਾਲ 15 ਬਾਬ 24 ਇੱਥੇ ਲਿਖਿਆ ਦਨਾ ਵਾਲੀ ਜ਼ਿੰਦਗੀ ਦੀ ਰਾਹ ਫਿਰ ਉੱਤੇ ਨੂੰ ਚਲੇ ਜਾਂਦੀ, ਯਾਨੀ ਇਬਰਾਹਿਮ ਦੀ ਗੋਦ, ਦੂਸਰੀ ਤਰਫ ਅੱਗ ਤੇ ਗੰਦਕ ਦੀ ਝੀਲ। ਤੇ ਅੱਜ ਮੌਕਾ ਹੁਸ਼ਿਆਰ ਹੋਈਏ, ਬੇਦਾਰ ਹੋਈਏ। ਐਸੇ ਲੋਕਾਂ ਨੂੰ ਬੜੇ ਸਖਤ ਲਫ਼ਜ਼ਾਂ ਨਾਲ ਕਿਹਾ ਗਿਆ ਹੈ। ਜਦੋਂ ਦੂਸਰਾ ਖਤ ਯਹੂਨਾ ਨੇ ਲਿਖਿਆ ਹੈ, ਕਿਉਂਕਿ ਯਹੂਨਾ ਦੇ 3 ਖਤ ਨੇ। ਪਹਿਲਾ ਬਾਬ ਇੱਕੋ ਬਾਬ ਹੈ, 8 ਤੋਂ ਪੜ੍ਹੀਏ ਤੇ ਲਿਖਿਆ ਜਿਹੜਾ ਕੋਈ ਅੱਗੇ ਵੱਧ ਜਾਂਦਾ ਹੈ ਮਸੀਹ ਦੀ ਤਲੀਮ ਉੱਤੇ ਕਾਇਮ ਨਹੀਂ ਰਹਿੰਦਾ, ਉਹਨੂੰ ਨਾ ਘਰ 'ਚ ਵੜਨ ਦਿਓ, ਕਿਉਂਕਿ ਨਾ ਉਹਦੇ ਕੋਲ ਬਾਪ ਹੈ ਨਾ ਬੇਟਾ ਹੈ, ਨਾ ਉਹਨੂੰ ਸਲਾਮ ਕਰਿਓ। ਤੇ ਅਗਰ ਕੋਈ ਬੰਦਾ ਇਹੋ ਜਿਹੇ ਬੰਦੇ ਨੂੰ ਸਲਾਮ ਕਰਦਾ, ਘਰ 'ਚ ਵਾੜਦਾ ਹੈ, ਉਹਨਾਂ ਨੂੰ ਕਹਿੰਦਾ ਇਹ ਠੀਕ ਹੈ, ਤੇ ਉਹ ਤੇ ਬੁਰਾ ਕੰਮ ਕਰਦੇ, ਉਹ ਤੇ ਬੱਚਿਆਂ ਨੂੰ ਬਪਤਿਸਮੇ ਦੇ ਕੇ ਮੁਜਰਮ ਬਣਾਉਂਦੇ ਪਏ। ਅਸੀਂ ਉਹਨਾਂ ਨੂੰ ਸਪੋਰਟ ਕਰਨੇ ਆ ਕਿ ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ, ਸਾਡੇ ਬੱਚੇ ਵੀ ਤੁਸੀਂ ਮੁਜਰਮ ਠਹਿਰਾਏ ਨੇ, ਆਹ ਸਾਰੇ ਮਹੱਲੇ ਦੇ ਸਾਰੇ ਸ਼ਹਿਰ ਦੇ ਬੱਚੇ ਤੁਸੀਂ ਮੁਜਰਮ ਬਣਾਉਣੇ ਨੇ। ਬਟ ਦਿਨ ਆ ਰਿਹਾ ਹੈ, ਮੇਰਾ ਵੀ ਬਚਪਨ ਇਹਨਾਂ ਚੀਜ਼ਾਂ ਨੂੰ ਵੇਖਦਿਆਂ ਗੁਜ਼ਰਿਆ ਹੈ। ਇੰਨੇ ਕੁ ਬੱਚੇ ਵੱਡੇ ਦਿਨ ਤੇ ਮੁਜਰਮ ਬਣਾਏ ਜਾਣੇ ਨੇ, ਤੇ ਹਦੀਏ ਜਾਤ ਉੱਥੇ ਬੜੇ ਬੜੇ ਬੱਕਰੇ ਛੱਤਰੇ ਬੀਬੀਆਂ ਨੇ ਲੈ ਕੇ ਆਉਣੇ ਨੇ ਬੱਚਿਆਂ ਦੇ ਨਾਲ ਕਿ ਖੁਦਾ ਨੇ ਸਾਨੂੰ ਬੱਚਾ ਦਿੱਤਾ। ਬਈ ਜੇ ਖੁਦਾ ਨੇ ਦਿੱਤਾ ਏ ਤੇ ਖੁਦਾ ਨੇ ਜ਼ਿੰਮੇਦਾਰੀ ਵੀ ਲਾਈ ਹੈ। ਇਸ ਦਿਸ਼ਨਾ 6 ਬਾਬ 4 ਇੱਥੇ ਲਿਖਿਆ ਕਿ ਸੁਣ ਐ ਇਸਰਾਈਲ, ਤੇਰਾ ਰੱਬ ਇੱਕੋ ਹੀ, ਆਪਣੇ ਰੱਬ ਨੂੰ ਪੂਰੇ ਦਿਲੋਂ ਜਾਨ ਤਾਕਤ ਨਾਲ ਪਿਆਰ ਕਰੀ ਤੇ ਉਹ ਗੱਲਾਂ ਜਿਹੜੀਆਂ ਤੂੰ ਕਲਾਮ ਦੀਆਂ ਵੇਖੇ ਤੇਰੇ ਦਿਲ ਤੇ ਲਿਖੀਆਂ ਜਾਣ, ਨਕਸ਼ ਹੋ ਜਾਣ। ਤੇ ਅਗਲਾ ਕੰਮ ਕਰੀ ਕਿ ਔਲਾਦ ਦੀ ਜ਼ੇਨ ਨਸ਼ੀਨ ਕਰਵਾਵੀਂ, ਕਲਾਮ ਦੀਆਂ ਗੱਲਾਂ ਔਲਾਦ ਦੇ ਜ਼ੇਨ ਨਸ਼ੀਨ ਕਰਵਾਵੀਂ। ਘਰ ਬੈਠਿਆਂ, ਰਾਹ ਚੱਲਦਿਆਂ, ਲੇਟਦਿਆਂ, ਉੱਠਦੇ ਵੇਲੇ ਕਲਾਮ ਦੀਆਂ ਗੱਲਾਂ ਦਾ ਜ਼ਿਕਰ ਕਰੀ, ਤਾਂ ਕਿ ਤੇਰੇ ਬੱਚੇ
ਉਹ ਕਿਤੇ ਲੂੰਬੜੀਆਂ ਬਘਿਆੜਾਂ ਨੂੰ ਪੂਜਣਾ ਸ਼ੁਰੂ ਨਾ ਕਰ ਦੇਣ। ਉਹ ਜੰਗਲੀ ਸ਼ੇਰਾਂ ਨੂੰ ਅਮਸਾਲ 27/12 ਵਿੱਚ ਲਿਖਿਆ, ਹੁਸ਼ਿਆਰ ਬੰਦਾ ਤੇ ਬਲਾ ਨੂੰ ਦੇ ਕੇ ਛਿਪ ਜਾਂਦਾ ਹੈ। ਅਸੀਂ ਬਲਾਵਾਂ ਅੱਗੇ ਬੱਚੇ ਪਾਉਣੇ ਨੇ, ਦਿਓ ਜੀ ਬਪਤਿਸਮਾ, ਤੇ ਹਦੀਏ ਜਾਤ ਬੱਕਰੇ ਛਤਰੇ ਵੀ ਦੇਣੇ ਨੇ। ਬਲਕਿ ਮੈਨੂੰ ਪਤਾ ਹੈ ਕਿ ਉਸ ਤੋਂ ਬਾਅਦ ਫਿਰ ਲਲਾਮੀ ਹੁੰਦੀ ਸੀ। ਲਲਾਮੀ ਬੜੇ ਬੱਕਰੇ ਛਤਰੇ ਆਉਂਦੇ ਸੀਗੇ ਤੇ ਉੱਥੇ ਫਿਰ ਬੋਲੀ ਲੱਗਦੀ ਸੀ, ਕਿਉਂਕਿ ਕਾਰੋਬਾਰ ਸਾਡਾ ਵੀ ਹੱਡੀ ਚਮੜੇ ਦਾ ਹੀ ਸੀ। ਮੇਰੇ ਵੱਡੇ ਭਾਈ ਨੇ ਵੀ ਫਿਰ ਉੱਥੇ ਖੜੇ ਹੋਣਾ ਤੇ ਬੱਕਰੇ ਖਰੀਦਣੇ, ਬੋਲੀ ਦੇਣੀ, ਜੀ ਮੈਂ ਇਹ ਇੰਨੇ ਦਾ ਲੈਣਾ। ਦੂਸਰੇ ਨੇ ਕਹਿਣਾ ਨਹੀਂ ਜੀ ਮੈਂ ਇੰਨੇ ਦੇਣਾ ਹੈ। ਸੋ ਬੜੇ ਹੁਸ਼ਿਆਰ ਹੋ ਜਾਈਏ, ਬੇਦਾਰ ਹੋ ਜਾਈਏ, ਆਪਣੀ ਹਦੀਏ ਜਾ ਦਈਏ ਤੇ ਖੁਦਾ ਨੂੰ ਦਈਏ। ਇਮਾਲ 10 ਬਾਪ ਨੂੰ ਪੜੋ। ਕਰਨੀਲੀਅਸ ਦਾ ਹਦੀਆ, ਕਰਨੀਲੀਅਸ ਦੀਆਂ ਦੁਆਵਾਂ ਫਰਿਸ਼ਤੇ ਨੇ ਦੱਸਿਆ ਕਿ ਖੁਦਾ ਦੇ ਹਜ਼ੂਰ ਪਹੁੰਚੀਆਂ ਨੇ। ਅਗਰ ਅਸੀਂ ਕਲਾਮ ਦੀ ਮੁਖਾਲਫਤ ਕਰਨੇ, ਕਲਾਮ ਨੂੰ ਰੱਦ ਕਰਨੇ ਤੇ ਤਰਕ ਕਰਨੇ ਤੇ ਹਦੀਆ ਜਾਤ ਵੀ ਕੱਢਣੇ ਆ, ਕਿਆ ਸਾਡੀਆਂ ਦੁਆਵਾਂ ਜਾਂ ਖਰੈਤਾਂ ਖੁਦਾ ਕੋ ਪਹੁੰਚਦੀਆਂ ਨੇ? ਅਸੀਂ ਤੇ ਬੁਰਾ ਕੰਮ ਕਰਦੇ ਹਾਂ, ਬਲਕਿ ਬੁਰੇ ਕੰਮਾਂ ਕਰਨ ਵਾਲਿਆਂ ਦੇ ਨਾਲ ਸ਼ਰੀਕ ਹੁੰਦੇ, ਜਿਨ੍ਹਾਂ ਦੇ ਬਾਰੇ ਆਖਿਆ ਐਸੇ ਲੋਕਾਂ ਨੂੰ ਘਰ 'ਚ ਨਾ ਵੜਨ ਦਿਓ। ਤੀਤਸ ਦਾ ਖਤ ਪਹਿਲਾ ਬਾਬ 10-11 'ਚ ਲਿਖਿਆ ਏ, ਇਹ ਘਰਾਂ ਦੇ ਘਰ ਤਬਾਹ ਕਰੀ ਆਉਂਦੇ ਨੇ। ਅਬਰਾਨੀ 3:6 'ਚ ਲਿਖਿਆ ਏ, ਉਸ ਦਾ ਘਰ ਅਸੀਂ ਹਾਂ। ਆਪਣੀ ਡਿਊਟੀ ਨੂੰ ਸਮਝੀਏ। ਬਲਕਿ ਖੁਦਾ ਲੰਬੀ ਜ਼ਿੰਦਗੀ ਦਿੰਦਾ ਹੈ, ਖੁਦਾ ਪੋਤਰੇ ਪਾਤਰੀਆਂ ਦਿੰਦਾ ਹੈ। ਤੇ ਇਸਤਿਸ਼ਨਾ 4:9 'ਚ ਲਿਖਿਆ, ਬੜੀ ਇਤਿਆਤ ਕਰੀ। ਉਹ ਗੱਲ ਜਿਹੜੀ ਤੇਰੀ ਅੱਖ ਵੇਖੇ, ਅੱਖ ਵੇਖੇ, ਉਹ ਗੱਲ ਆਪਣੇ ਧੀਆਂ ਪੁੱਤਰਾਂ ਨੂੰ ਦੱਸੀ ਤੇ ਆਪਣੇ ਪੋਤਰਿਆਂ ਨੂੰ ਵੀ ਦੱਸੀ। ਇੰਨਾ ਆਪਣੇ ਖਾਨਦਾਨ ਦਾ ਖੈਰ ਖਾ ਹੋਈ। ਅਫਸੋਸ, ਅਸੀਂ ਖਾਨਦਾਨ ਦੀ ਖੈਰ ਖਾਈ ਦੀ ਬਜਾਏ ਆਪਣੇ ਬੱਚੇ ਲੂੰਬੜੀਆਂ ਬਘਿਆੜਾਂ ਕੇ, ਬਾਈਬਲ ਇਹਨਾਂ ਨੂੰ ਲੂੰਬੜੀਆਂ ਬਘਿਆੜ ਕਹਿੰਦੀ ਹੈ। ਗਜ਼ਲ ਗੁਜ਼ਲਾਤ 2:14 ਤੇ 15 ਨੂੰ ਪੜੋ। ਲਫ਼ਜ਼ ਮੇਰੀ ਕਬੂਤਰੀ, ਤੂੰ ਜਿਹੜੀ ਪਹਾੜਾਂ ਦੇ ਦਰਾੜਾਂ ਦੇ ਵਿੱਚ ਛਿਪ ਗਈ, ਤੂੰ ਪਹਾੜਾਂ ਥੱਲੇ ਦਬ ਗਿਆ। ਇਹ ਬੜੇ ਵੱਡੇ ਝੂਠੀਆਂ ਤਨਜ਼ੀਮਾਂ ਪਹਾੜ ਦੇ ਲਿਖਿਆ ਨੇ ਚੋਂ ਨਿਕਲ। ਜਦ ਉਹ ਨਿਕਲਿਆ, ਫਰਿਸ਼ਤੇ ਨੇ ਆਖਿਆ, ਜਦ ਉਹ ਨਿਕਲਿਆ ਔਰ ਉਹਦੇ ਵਸੀਲੇ ਫਿਰ ਖੁਦਾ ਨੇ ਬਨੀ ਇਸਰਾਇਲ ਨੂੰ ਫਤਹ ਬਖਸ਼ੀ। ਇਹਨਾਂ ਚੋਂ ਨਿਕਲੋ। ਲਿਖਿਆ, ਮੈਨੂੰ ਆਪਣੀ ਆਵਾਜ਼ ਸੁਣਾ, ਮੈਨੂੰ ਆਪਣਾ ਚਿਹਰਾ ਵਿਖਾ, ਕਿਉਂਕਿ ਅਮਸਾਲ 23:16 'ਚ ਲਿਖਿਆ, ਜਿਸ ਲਈ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਉਸ ਲਈ ਮੇਰਾ ਦਿਲ ਸ਼ਾਦਮਾਨ ਹੋ ਜਾਣਾ। ਇਸ ਕਰਕੇ ਨਿਕਲੀਏ ਇਹਨਾਂ ਪਹਾੜਾਂ ਦੇ ਥੱਲੇ, ਜਿਨ੍ਹਾਂ ਝੂਠੀਆਂ ਤਨਜ਼ੀਮਾਂ ਦੇ ਥੱਲੇ ਦੱਬੇ ਪਏ ਖਾਨਦਾਨ ਦਬਾਏ ਹੋਏ ਨੇ। ਤੇ 15 'ਚ ਕਹਿੰਦਾ ਹੈ, ਮੇਰੇ ਲਈ ਲੂੰਬੜੀਆਂ ਨੂੰ ਫੜੋ, ਇਹਨਾਂ ਲੂੰਬੜੀ ਬੱਚਿਆਂ ਨੂੰ ਜਿਹਨਾਂ ਪਾਕਿਸਤਾਨਾਂ ਨੂੰ ਤਬਾਹ ਕਰ ਦਿੱਤਾ। ਸਾਡੀਆਂ ਤਾਕਾਂ 'ਚ ਫੁੱਲ ਲੱਗੇ ਹੋਏ ਨੇ। ਅਯੂਬ 14 ਬਾਪ ਨੂੰ ਪੜੋ ਭਰਾਓ। ਬਾਈਬਲ 'ਚ ਲਿਖਿਆ, ਇਨਸਾਨ ਜਿਹੜਾ ਔਰਤ ਤੋਂ ਪੈਦਾ ਹੈ ਥੋੜੇ ਦਿਨਾਂ ਦਾ, ਇਹਨਾਂ ਥੋੜੇ ਦਿਨਾਂ ਦੇ ਵਿੱਚ ਹੀ ਖਾਨਦਾਨ ਨੂੰ ਸੰਭਾਲਣਾ ਹੈ। ਕਬਰਾਂ 'ਚੋਂ ਆਣ ਕੇ ਖਾਨਦਾਨ ਨਹੀਂ ਉਹ ਸੰਭਾਲ ਸਕਣੇ। ਇਸ ਕਰਕੇ ਹੋਸ਼ ਕਰੀਏ, ਕਿਉਂਕਿ ਇਫਸੀਓ 5:14 'ਚ ਲਿਖਿਆ, ਖੁਦਾ ਦੀ ਆਵਾਜ਼ ਨਾਲ ਸੁੱਤੇ ਜਾਗਣਗੇ। ਉਹ ਜਿਹੜੇ ਮਰ ਗਏ ਨੇ, ਜ਼ਮੀਰ ਮਰ ਚੁੱਕੇ ਨੇ। ਮਰਨ ਦਾ ਮਤਲਬ ਇਹ, ਯਸਾਇਆ 48:4 ਨੂੰ ਪੜੋ, ਜ਼ਿੱਦੀ ਨੇ, ਉਹ ਜ਼ਿੱਦ ਛੱਡ ਦੇਣਗੇ। ਉਹਨਾਂ ਦੀ ਗਰਦਨ ਦੇ ਵਿੱਚ ਲੋਹੇ ਦਾ ਪੱਠਾ ਇਬਲੀਸ ਨੇ ਲੋਹੇ ਦਾ ਸਰੀਆ ਦੇ ਦਿੱਤਾ ਹੈ, ਔਰ ਖੁਦਾ ਦੀ ਆਵਾਜ਼ ਨਾਲ ਉਹ ਲੋਹੇ ਦਾ ਸਰੀਆ ਉਹਨਾਂ ਦੀ ਗਰਦਨ ਚੋਂ ਨਿਕਲ ਜਾਏਗਾ। ਜ਼ਿੱਦ ਛੱਡ ਕੇ ਆਪਣੇ ਖਾਨਦਾਨ ਨੂੰ ਬਚਾਉਣਗੇ। ਐਸੇ ਲੋਕ ਚੰਗੇ ਰਹਿਣਗੇ, ਕਿਉਂਕਿ ਜ਼ਬੂਰ ਨੂੰ ਇਸ ਕਹਿੰਦਾ, ਪੁੱਛ ਕਰਦਾ ਖੂਨ ਦੀ, ਜਦ ਉਹਨਾਂ ਨੂੰ ਯਾਦ ਕਰਦਾ ਮੈਂ ਤੈਨੂੰ ਬੱਚੇ ਦਿੱਤੇ ਸੀ। ਕਿਉਂਕਿ ਜ਼ਬੂਰ 127 ਉਹਦੀ 3 'ਚ ਲਿਖਿਆ, ਔਲਾਦ ਖੁਦਾ ਦੀ ਤਰਫੋਂ ਮਿਰਾਸ ਹੈ। ਅਗਰ ਇਹ ਉਹਦੀ ਤਰਫੋਂ ਮਿਰਾਸ ਹੈ ਤੇ ਉਹ ਆਪਣੀ ਮਿਰਾਸ ਦਾ ਹਿਸਾਬ ਵੀ ਸਾਡੇ ਕੋਲ ਲਵੇਗਾ।
ਇਸੇ ਕਰਕੇ ਦੂਸਰਾ ਤਮੋਥੀ 4 ਬਾਪ ਨੂੰ ਪੜੋ, ਚਾਹੇ ਮਰ ਜਾਵਾਂਗੇ ਜਾਂ ਜੀਂਦੇ ਹੋਵਾਂਗੇ, ਖੁਦਾ ਸਾਡੇ ਕੋਲ ਲੇਖਾ ਕਰੇਗਾ। ਉਹਦੇ ਤਖਤ ਦੇ ਸਾਹਮਣੇ ਸਾਨੂੰ ਖੜੇ ਹੋਣਾ ਪਏਗਾ। ਖੁਦਾ ਕਵੇਗਾ, ਕਿਉਂਕਿ ਯਹੋਨਾ 12 ਬਾਪ 47 ਐਤ ਦੇ ਵਿੱਚ ਕਿਹਾ ਗਿਆ, ਖੁਦਾਵੰਦ ਯਿਸੂ ਮਸੀਹ ਨੇ ਆਖਿਆ ਕਿ ਮੈਂ ਮੁਜਰਮ ਬਣਾਉਣ ਨਹੀਂ ਆਇਆ, ਮੈਂ ਨਜਾਤ ਦੇਣ ਆਇਆ। ਪਰ ਆਖਰੀ ਦਿਨ ਜਿਹੜਾ ਕਲਾਮ ਮੈਂ ਕੀਤਾ ਹੈ ਤੁਹਾਡੇ ਨਾਲ, ਉਸਨੇ ਤੁਹਾਨੂੰ ਕਲਾਮ ਨੇ ਮੁਜਰਮ ਬਣਾ ਦੇਣਾ ਹੈ। ਮਤ ਭੁੱਲੀਏ। ਜੇ ਕਿਸੇ ਨੂੰ ਕਹੇ ਭਾਈਓ ਬਾਈਬਲ ਨਹੀਂ ਆਉਂਦੀ, ਭਾਈ ਜੀ ਮੇਰੇ ਤਾਂ ਮੋਬਾਈਲ ਦੇ ਵਿੱਚ ਕਲਾਮ ਹੈ। ਇਹ ਮੋਬਾਈਲ ਸਾਨੂੰ ਛੱਡ ਦੂ। ਇਹ ਕਲਾਮ ਜਿਹੜਾ ਸਾਡੇ ਘਰ 'ਚ, ਉਹ ਜਿਹਨੂੰ ਰੱਦ ਕਰਨੇ ਤੇ ਤਰਕ ਕਰਨੇ ਤੇ ਝੂਠੇ ਤੇ ਫਰੇਬੀ ਤੇ ਸ਼ਿਕਾਰੀ ਲੋਕਾਂ ਮਗਰ ਲੱਗਣੇ ਆ। ਕਲਾਮ ਸਾਨੂੰ ਛੱਡ ਦੂ, ਕਲਾਮ ਨੇ ਨਹੀਂ ਛੱਡਣਾ। ਇਸ ਕਰਕੇ ਹੋਸ਼ ਕਰੀਏ, ਚੰਗੇ ਰਹਿ ਜਾਣਗੇ। ਆਪ ਬਚੀਏ, ਆਪਣੀਆਂ ਨਸਲਾਂ ਨੂੰ ਬਚਾਈਏ, ਇਬਾਦਤ ਕਰੀਏ ਤੇ ਖੁਦਾ ਦੀ ਕਰੀਏ। ਨਮੂਨਾ ਬਣੀਏ ਆਪਣੇ ਘਰਾਣੇ ਸਾਹਮਣੇ। ਆਪਣੇ ਸਰੰਜ ਚੁਕਾਵਾਂਗੇ, ਮੈਂ ਤੇਰੇ ਲਈ ਦੁਆ ਕਰਾਂਗਾ। ਖੁਦਾਮ ਤੇਰਾ ਖਾਦਮ ਹੁੰਦੇ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਬੱਚਿਆਂ ਤੱਕ, ਤੇਰੇ ਲੋਕਾਂ ਤੱਕ ਪਹੁੰਚਾਇਆ। ਕਲਾਮ ਹੀ ਹੈ ਜਿਹੜਾ ਬੰਦ ਜਿਹਨਾਂ ਨੂੰ ਖੋਲ੍ਹਦਾ, ਲੋਕ ਬਚਦੇ ਨੇ, ਆਪ ਬਚਦੇ ਨੇ, ਲੋਕਾਂ ਨੂੰ ਬਚਾਉਂਦੇ ਨੇ, ਹੱਕ ਦੀ ਬੋਲੀ ਬੋਲਦੇ ਨੇ, ਅੰਜੀਲ ਸੁਣਾਉਂਦੇ ਨੇ ਔਰ ਤੇਰੇ ਦਿਲ ਨੂੰ ਖੁਸ਼ ਕਰਦੇ ਨੇ। ਕਿਉਂਕਿ ਤੇਰਾ ਬੰਦਾ ਸੁਲੇਮਾਨ ਕਹਿੰਦਾ, ਜਦੋਂ ਤੇਰੇ ਮੂੰਹ ਚੋਂ, ਜਿਸ ਲਈ ਤੇਰੇ ਮੂੰਹ ਚੋਂ ਰੱਬ ਬੰਦੇ ਦਾ ਮੂੰਹ ਖੁਲਾਉਂਦਾ, ਬੰਦਾ ਮੂੰਹ ਨਹੀਂ ਖੋਲਦਾ। ਲਿਖਿਆ ਜਦੋਂ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ ਯਾਨੀ ਕਲਾਮ ਦੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਮੇਰਾ ਦਿਲ ਸ਼ਾਦਮਾਨ ਹੋ ਜਾਵੇਗਾ। ਤੇਰੇ ਲੋਕ ਖੁਦਾਵੰਦ ਬੰਦਿਆਂ ਨੂੰ ਖੁਸ਼ ਨਾ ਕਰਨ, ਤੈਨੂੰ ਖੁਸ਼ ਕਰਨ, ਸੱਚੀਆਂ ਗੱਲਾਂ ਕਲਾਮ ਦੀਆਂ ਕਰਨ। ਬੇਔਲਾਦ ਜੋੜੇ ਔਲਾਦ ਜੈਸੀ ਬਰਕਤ ਦੇ ਨਾਲ ਨਵਾਜ਼ੇ ਜਾਣ। ਹਰ ਤਰ੍ਹਾਂ ਦੀ ਕਾਰੋਬਾਰੀ ਰੁਕਾਵਟਾਂ, ਨੌਕਰੀ ਦੀ ਪਰੇਸ਼ਾਨੀ, ਘਰਾਂ ਦੇ ਵਿੱਚ ਲੜਾਈ, ਦੰਗੇ ਫਸਾਦ ਦੀਆਂ ਅਲਾਮਤਾਂ, ਤਸੀਰਾਂ ਘਰਾਂ 'ਚੋਂ ਦੂਰ ਹੋ ਜਾਣ। ਘਰਾਂ 'ਚ ਨਜਾਤ ਦੀ ਰਾਗਨੀ ਹੋਵੇ, ਘਰਾਂ 'ਚ ਇਬਾਦਤ ਹੋਏ ਤੇ ਖੁਦਾ ਹੈ ਸਿਰਫ ਤੇਰੀ ਇਬਾਦਤ ਹੋਏ। ਔਰ ਜਿਹੜੇ ਤੇਰੀ ਇਬਾਦਤ ਕਰਦੇ ਨੇ ਉਹਨਾਂ ਦੀ ਰੋਟੀ ਪਾਣੀ ਤੇ ਬਰਕਤ ਆਉਂਦੀ। ਬਿਮਾਰੀਆਂ ਉਹਨਾਂ ਦੇ ਘਰਾਂ 'ਚੋਂ ਭੱਜਦੀਆਂ ਨੇ। ਕਰੋਨਾ ਜੈਸੀ ਵਾਇਰਸ ਤੇਰੇ ਨਾਮ ਤੋਂ ਟਲੇ। ਬਿਮਾਰ ਲੋਕ ਚੰਗਿਆਈ ਪਾਉਣ, ਬਦਰੂ ਗ੍ਰਿਫਤਾਰ ਲੋਕ ਆਜ਼ਾਦੀ ਪਾਉਣ ਤੇ ਬਦਰੂਆਂ ਤੋਂ ਵਿਗੜੀਆਂ ਝੂਠੀਆਂ ਤਨਜ਼ੀਮਾਂ, ਬਦਰੂਆਂ ਤੋਂ ਵਿਗੜੀਆਂ ਹੋਈਆਂ ਜ਼ਿੱਦੀ ਤਸੀਰਾਂ, ਯਿਸੂ ਨਾਂ ਤੋਂ ਇਹਨਾਂ ਦੇ ਹੱਥੋਂ ਭੇਡਾਂ ਆਜ਼ਾਦ ਹੋਣ ਤੇ ਭੇਡਾਂ ਜੀਦੀ ਮਨਾਦ ਬਣ ਜਾਣ। ਆਪ ਬਚਣ, ਲੋਕਾਂ ਨੂੰ ਬਚਾਉਣ, ਖਾਨਦਾਨ ਬਚਾਉਣ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਸੋ ਭਲਿਓ, ਕਲਾਮ ਬੀਜੇ ਮੀਡੀਆ ਦਾ ਦੌਰ ਹੈ ਤੇ ਆਓ ਫਿਰ ਕਲਾਮ ਨੂੰ ਸ਼ੇਅਰ ਕਰੀਏ। ਮੇਰੇ ਚੈਨਲ ਦਾ ਨਾਂ ਹੈ YouTube ਤੇ ਰੱਬ ਦੀਆਂ ਗੱਲਾਂ। ਚੰਗੀਆਂ ਲੱਗਣ ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ ਤੇ ਕੋਸ਼ਿਸ਼ ਕਰਿਓ ਇਹ ਚੈਨਲ ਨੂੰ ਆਪਣੇ ਸੱਜਣਾਂ ਮਿੱਤਰਾਂ ਤੱਕ ਵੀ ਪਹੁੰਚਾਇਓ ਤਾਂ ਕਿ ਉਹ ਵੀ ਕਲਾਮ ਨੂੰ ਸੁਣਨ ਤੇ ਬਰਕਤ ਪਾਉਣ। ਖੁਦਾ ਤੈਨੂੰ ਬਰਕਤ ਦੇਵੇ।